वाहिगुरु चरण कमल जाके हृदय बसैं। सो जन क्यों डोले देव, सो जन क्यों डोले देव। इस सारे शब्द दी शुरुआत या तत्त सारा कुछ इस पंक्ति ते टिकी आ। जिवें किसी इमारत दी नींह दे उपर सारी इमारत टिकदी आ। जे नींह हैगी आ तां इमारत हैगी आ। उदां ही ये पूरा शब्द पहली पंक्ति ते टिकिया। चरण कमल जाके हृदय बसें, बस इहदे ते ही टिकिया। ये नींह आ, बाकी इमारत आ। चरण कमल जाके हृदय बसें, सो जन क्यों डोले देव। मानो सब सुख नौ निध तां कै, सहज सहज जस बोले देव। ये होई किरपा नूं बयान कर रही है कि जदों फिर चरण कमल जां कै हृदय बसें, उदों फिर ਉਹਦੇ ਨਾਲ ਕੀ ਵਾਪਰਦਾ। ਕੀ ਵਾਪਰਦਾ। ਮਾਨੋ ਸਭ ਸੁਖ ਨੌ ਨਿਧ ਤਾਂ ਕੈ ਸਹਿਜ ਸਹਿਜ ਜਸ ਬੋਲੇ ਦੇਵ। ਦੁਨੀਆ ਦੀ ਕੋਈ ऐसा सुख नहीं बचिया जो अजे ਉਹਦੇ अंदर घाट महसूस होवे। कुछ ऐसा बचिया ही नहीं, कुछ ऐसा बचिया ही नहीं जिन्हों वो होर सोहना कह सके। जो ਉਹਦੇ अंदर चल रहा उस तो ज़्यादा सोहना किसी नूं कह सके, वो बचिया ही नहीं। क्यों? क्योंकि चरण कमल जाके हृदय बसे। ਉਹਦੇ अंदर ਜਿਹੜਾ ਨੀਂਹ ਰੂਪੀ सतगुरु आके बैठ गया, ਉਹਦਾ फिर ਕੰਮ ਕੀ ਆ। सहज सहज जस बोले देव। बस ਉਹਨੂੰ ਇਹਦੇ ਨਾਲ ਹੀ मतलब ਆ। ਇਹ ਵੀ ਜੋ मान रहा आ नौ निध सब सुख मान रहा है अपने आप, पर तां भी ਉਹਦਾ ध्यान उसे नींह च ही आ। सहज सहज जस बोले देव च ही आ। चरण कमल जाके हृदय बसै, वो चरण कमलों वाल ही ध्यान है। क्योंकि ये स्टेज ऐसी आ, इत्थे दुखां दी बारिश होवे चाहे सुखां दी बारिश होवे, ਉਹਦਾ ध्यान चरण कमल च ही आ। ਉਹਦਾ ध्यान उदों भी चरण कमल च ही आ जदों सुखां दी बारिश आ। ठीक है, थोड़ा बहुत फर्क जरूर पैंदा ते पर वो डोलदा नहीं, दुखां च डोलदा नहीं ते सुखां दी बारिश च शुकराने करके गांह वध जांदा है। ध्यान फिर भी चरण कमल च ही आ। फिर होर की मिलदा। तब एह मत जो सब मह पिख है, कुटल गांठ जब खोले देव। जदों ਉਹਦਾ सिस्टम समझ आ गया कि किवें ये सारी सृष्टि च ਉਹਦੀ ਵਰਤਰੀ माया दे उपर ਉਹਦੇ इशारे ते ये सारी सृष्टि घूम रही आ। ये कामकार धंधे एक चीज़ जिहड़ी आ माया रूपी वरतारा किवें वरत रहा ते किवें ਉਹਦੇ ही लाए होए जीव घूमण घेरियां च घूम रहे आ। एक चीज़ ਉਹਨੂੰ समझ आ जाती। फिर ये वो वाली अवस्था है जिथे
ਮਤਲਬ ਉਹਦੇ ਨਾਲ ਕਿਸੇ ਨੇ ਧੋਖਾ ਵੀ ਕੀਤਾ ਹੈ ਨਾ, ਤੇ ਉਹ ਉਹਨੂੰ ਵੀ ਇਸੇ ਖੂਹ 'ਚ ਹੀ ਪਾ ਦਿੰਦਾ ਕਿ ਤਬ ਇਹ ਮਤ ਜੋ ਸਭ ਮੈਂ ਪਿੱਖ ਹੈ। ਉਹਨੂੰ ਵੀ ਇਹ ਉਸੇ ਵਰਤਾਰੇ 'ਚ ਹੀ ਲੈ ਆਉਂਦਾ ਜਿੱਥੇ ਹਰ ਥਾਂ ਉਹਨੂੰ ਉਹਦਾ ਹੀ ਰੰਗ ਦਿਸਦਾ। ਧੋਖਾ ਵੀ ਹੋ ਗਿਆ, ਕੋਈ ਪਿਛਲਾ ਪਾਸਟ ਯਾਦ ਆ ਗਿਆ ਜਿੱਥੇ ਧੋਖਾ ਹੋਇਆ ਸੀ, ਉੱਥੇ ਵੀ ਉਹ ਉਸ ਧੋਖੇ ਨੂੰ ਵੀ ਉਹ ਇਸੇ ਲੜੀ 'ਚ ਹੀ ਬਿਠਾ ਦਿੰਦਾ ਕਿ ਹੁਣ ਤਬ ਇਹ ਮਤ ਜੋ ਸਭ ਮੈਂ ਪਿੱਖ ਹੈ। ਫਿਰ ਕੁਛ ਪਿਛਲਾ ਯਾਦ ਆ ਵੀ ਗਿਆ ਤਾਂ ਵੀ ਉਹ ਨਾਮ ਰੂਪ ਦੇ ਵਿੱਚ ਉਹਨੂੰ ਲੈ ਗਿਆ। ਉਹ ਜੇ ਤਾਂ ਕੋਈ ਆਮ ਇਨਸਾਨ ਹੋਵੇ ਉਹ ਪਾਸਟ ਨੂੰ ਹੋਰ ਮਸਾਲਾ ਲਾਊਗਾ, ਹੈ ਨਾ, ਮਸਾਲਾ ਲਾਊਗਾ, ਜਾਂ ਤਾਂ ਕਹੂਗਾ ਮੇਰੇ ਨਾਲ ਧੋਖਾ ਹੋ ਗਿਆ, ਜਾਂ ਕਿਸੇ ਦੀ ਨਿੰਦਿਆ 'ਚ ਪਊਗਾ, ਪਰ ਉਹ ਉਸ 'ਚ ਨਹੀਂ ਪੈ ਰਿਹਾ, ਉਹ ਉਹਨੂੰ ਵੀ ਰੰਗਦਾ ਹੀ ਜਾ ਰਿਹਾ, ਰੰਗਦਾ ਹੀ ਜਾ ਰਿਹਾ। ਤੇ ਇਹ ਹੋਇਆ ਕਿੱਦਾਂ? ਕੁਟਲ ਗਾਂਠ ਜਬ ਖੋਲ੍ਹੈ ਦੇਵ। ਇੱਥੇ ਵੀ ਪੰਕਤੀ ਰੂਹ ਨੂੰ ਉੱਧਰ ਨੂੰ ਹੀ ਤੱਕ ਰਹੀ ਆ ਕਿ ਨੀ, ਇਸ ਪੰਕਤੀ 'ਚ ਵੀ ਉਸੇ ਦੀ ਆ ਕਿ ਚਰਨ ਕਮਲ ਜਾਂ ਕੇ ਹਿਰਦੇ ਬਸੈ। ਉਸ ਨੀਂਹ 'ਤੇ ਹੀ ਆਧਾਰਿਤ ਬਿਰਤੀ ਬਣਦੀ ਆ, ਸਿਚੁਏਸ਼ਨਸ ਨੂੰ ਹੈਂਡਲ ਕਰਨ ਦਾ ਤਰੀਕਾ ਆ ਜਾਣਾ, ਵਿਵੇਕ ਬੁੱਧ ਦਾ ਅੰਦਰ ਘਰ ਕਰ ਲੈਣਾ। ਇਹ ਸਭ ਕਿਉਂ ਹੋ ਰਿਹਾ? ਇਹ ਗੰਢਾਂ ਕਿਵੇਂ ਖੁੱਲ੍ਹ ਰਹੀਆਂ? ਕਿਉਂ ਖੁੱਲ੍ਹ ਰਹੀਆਂ? ਕਿਉਂਕਿ ਚਰਨ ਕਮਲ ਜਾਂ ਕੇ ਹਿਰਦੇ ਵਸੈ। ਧਿਆਨ ਸਦਾ ਹੀ ਉੱਥੇ ਰਹਿੰਦਾ ਹੈ, ਤਾਂ ਹੀ ਗੰਢਾਂ ਖੁੱਲ੍ਹ, ਵਾਹਿਗੁਰੂ, ਤਾਂ ਹੀ ਗੰਢਾਂ ਖੁੱਲ੍ਹ ਰਹੀਆਂ, ਵਾਹਿਗੁਰੂ। ਫਿਰ ਅੱਗੇ ਲਿਖਿਆ, ਬਾਰੰਬਾਰ ਮਾਇਆ ਤੇ ਅਟਕੈ, ਲੈ ਨਰਜਾ ਮਨ ਤੋਲੈ ਦੇਵ। ਫਿਰ ਇੱਕ ਇੱਕ ਪੌੜੀ, ਇੱਕ ਇੱਕ ਸਟੈਪ ਉਹਨੂੰ ਸਮਝ ਆ ਜਾਂਦਾ ਕਿ ਜੋ ਮੈਂ ਕਰ ਰਿਹਾ ਇਹ ਮੇਰੇ ਵਾਹਿਗੁਰੂ ਨੂੰ ਪਸੰਦ ਆ, ਭਲਾ ਉਹ ਇਹਦੇ ਤੋਂ ਖੁਸ਼ ਹੋਊਗਾ ਜਾਂ ਫਿਰ ਉਹ ਖੁਸ਼ ਨਹੀਂ ਹੋਊਗਾ। ਇੱਕ ਇੱਕ ਐਕਟੀਵਿਟੀ ਹੁਣ ਇਹਦੀ ਅਗਰ ਡੂੰਘਾਈ 'ਚ ਜਾਈਏ ਨਾ ਤੇ ਹੋਰ ਵੀ ਬਹੁਤ ਕੁਛ ਆ। ਇੱਥੇ ਸਿਰਫ ਆਪਣਾ ਹੀ ਨਹੀਂ, ਸਾਹਮਣੇ ਬੈਠੀ ਸਾਰੀ ਕਾਇਨਾਤ ਦਾ ਪਤਾ ਚੱਲ ਜਾਂਦਾ ਕਿ ਕੌਣ ਕਿਸ ਸਿਚੁਏਸ਼ਨ 'ਚ ਘੁੰਮ ਰਿਹਾ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਨਾ ਕਿ ਕਿਸੇ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਤੁਹਾਨੂੰ ਕਿੱਦਾਂ ਪਤਾ ਮੇਰੀ ਆਹ ਵਾਲੀ ਗੱਲ ਦਾ। ਉਹ ਸਭ ਇਸੇ 'ਚ ਹੀ ਆ, ਜਿਹੜਾ ਆਪਣੇ ਹਿਰਦੇ 'ਚ ਸਦਾ ਹੀ ਧਿਆਨ ਚਰਨ ਕਮਲ 'ਚ ਰੱਖਦਾ ਆ। ਇਹ ਵਿਵੇਕ ਬੁੱਧ ਆ ਜਾਣੀ ਇਹ ਬਹੁਤ ਹੀ ਸੁਭਾਵਿਕ ਗੱਲ ਆ। ਇਹ ਸਭ ਹੁੰਦਿਆਂ ਹੋਇਆਂ ਵੀ ਉਹ ਇਹ ਨਾ, ਜਿੱਦਾਂ ਬੈਕਗਰਾਊਂਡ ਮਿਊਜ਼ਿਕ ਨਹੀਂ ਹੁੰਦਾ, ਆਪਣੇ ਆਪ ਚੱਲ ਰਿਹਾ, ਇਹ ਵੀ ਉੱਦਾਂ ਹੀ ਆ। ਉਹ ਜੱਜ ਨਹੀਂ ਬਣਦਾ, ਉਹ ਜਜਮੈਂਟਲ ਨਹੀਂ ਆ, ਪਰ ਫਿਰ ਵੀ ਉਹਨੂੰ ਦਿਖ ਰਿਹਾ ਆ ਕੀ ਹੋ ਰਿਹਾ। ਉਹਨੇ ਭਾਵੇਂ ਕੋਈ ਜਜਮੈਂਟ ਨਹੀਂ ਦੇਣੀ, ਉਹਨੇ ਨਾ ਉੱਧਰ ਦੀ ਗੱਲ ਕਰਨੀ ਨਾ ਇੱਧਰ ਦੀ ਕਰਨੀ, ਪਰ ਉਹਨੂੰ ਦਿਸ ਰਿਹਾ ਆ, ਆਪਣਾ ਵੀ ਦਿਸ ਰਿਹਾ ਆ, ਕਿਸੇ ਦਾ ਵੀ ਦਿਸ ਰਿਹਾ ਆ। ਉਹਦੇ ਨਾਲ ਕੋਈ ਹੁਸ਼ਿਆਰੀ ਨਹੀਂ ਚੱਲਦੀ, ਭਾਵੇਂ ਉਹ ਕੁਛ ਨਾ ਕਵੇ ਪਰ ਉਹਨੂੰ ਪਤਾ ਸਾਰਾ ਕੁਛ ਹੈ। ਇਹ ਪਾਵਰਸ, ਇਹ ਸਮਝ, ਇਹ ਸੁੱਤੇ ਸਿੱਧੀ ਆਪਣੇ ਆਪ ਹੀ ਉਹਨੂੰ ਮਿਲ ਜਾਂਦੀ ਹੈ। ਤੇ ਸ਼ੁਰੂਆਤ ਹੁੰਦੀ ਹੈ ਖੁਦ ਤੋਂ ਕਿੱਥੇ ਰੁਕਣਾ ਆ, ਕਿੱਥੇ ਚੱਲਦੇ ਰਹਿਣਾ ਆ, ਆਪਣੀਆਂ ਕਿਹੜੀਆਂ ਗਲਤੀਆਂ 'ਤੇ ਵਰਕ ਕਰਨਾ ਆ। ਇਹ ਸਾਰਾ ਕੁਛ
ਜਿਵੇਂ ਇੱਥੇ ਲਿਖਿਆ, ਨਰਜਾ ਲੈ ਨਰਜਾ ਮਨ ਤੋਲੇ ਦੇਵ, ਉਹ ਫਿਰ ਤਰਾਜੂ ਦੇ ਵਿੱਚ ਤਕੜੀ, ਵਿਵੇਕ ਬੁੱਧ ਰੂਪੀ ਤਕੜੀ ਨੂੰ ਹੱਥ 'ਚ ਲੈ ਕੇ ਇੱਕ ਇੱਕ ਚੀਜ਼ ਨੂੰ ਉਹਦੇ ਤੇ ਤੋਲ ਕੇ ਤੇ ਗੁਰਮਤ ਰੂਪੀ ਰੰਗ ਨੂੰ ਗ੍ਰਹਿਣ ਕਰਦਾ, ਉਹ ਤੋਲ ਲੈਂਦਾ ਤੇ ਉਸ ਤੋਲੇ ਹੋਏ ਚੋਂ ਜੋ ਗੁਰਮਤ ਲੱਭਦੀ ਹੈ ਉਹ ਰੱਖ ਲੈਂਦਾ ਤੇ ਜਿਹੜੀ ਵਿਸਾਰਨੀ ਹੁੰਦੀ ਆ ਉਹ ਵਿਸਾਰ ਦਿੰਦਾ। ਫਿਰ ਕਹਿੰਦੇ, ਜਹ ਓ ਜਾਏ ਤਹੀਂ ਸੁਖ ਪਾਵੈ, ਮਾਇਆ ਤਾਸ ਨ ਝੋਲੇ ਦੇਵ, ਕਹਿ ਕਬੀਰ ਮੇਰਾ ਮਨ ਮੰਨਿਆ, ਰਾਮ ਪ੍ਰੀਤ ਕੀਓ ਲੈ ਦੇਵ। ਜਹ ਓ ਜਾਏ ਤਹੀਂ ਸੁਖ ਪਾਵੈ, ਉਹ ਆਜ਼ਾਦ ਹੋ ਜਾਂਦਾ, ਆਜ਼ਾਦ ਪੰਛੀ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਫਿਰ ਜਿਹੜਾ ਆਜ਼ਾਦ ਹੋ ਜਾਂਦਾ ਨਾ, ਉਹ ਨਿਰਲੇਪ ਵੀ ਹੋ ਜਾਂਦਾ। ਹਾਲਾਂਕਿ ਨਿਰਲੇਪ ਉਹ ਵਾਹਿਗੁਰੂ ਹੀ ਆ, ਪਰ ਫਿਰ ਵੀ ਹੁਣ ਜਿਹਦੇ ਨਾਲ ਰਵਾਂਗੇ ਉਹਦੇ ਵਰਗੇ ਬਣਾਂਗੇ ਹੀ ਨਾ, ਹੈ ਨਾ। ਅਤੇ ਉਹਦੀਆਂ ਬਖਸ਼ਿਸ਼ਾਂ, ਉਹਦੀਆਂ ਤਰੰਗਾਂ ਉਹ ਆਪਣੇ ਆਪ ਹੀ ਆ ਜਾਣੀਆਂ। ਜਿਹਦੇ ਨਾਲ ਰਵਾਂਗੇ ਉਹ ਜਿਹੋ ਜਿਹਾ ਉਹੋ ਜਿਹੇ ਬਣਦੇ ਜਾਵਾਂਗੇ। ਅਤੇ ਜਿਵੇਂ ਉਹ ਨਿਰਲੇਪ ਆ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਵੇਂ ਹੀ ਭਗਤ ਨੂੰ ਵੀ ਕੋਈ ਫਰਕ ਪੈਣਾ ਨਾ ਪੈਣਾ ਸ਼ੁਰੂ ਹੋ ਜਾਂਦਾ, ਉਹ ਚਾਹੇ ਕਿਤੇ ਵੀ ਚੱਲ ਜਾਵੇ। ਹਾਲਾਂਕਿ ਉਹਨੂੰ ਸੰਗਤ ਗੁਰਸਿੱਖਾਂ ਵਾਲੀ ਹੀ ਚਾਹੀਦੀ ਹੁੰਦੀ ਆ। ਜੇ 4 ਦਿਨ ਮਨਮਤ 'ਚ ਵੀ ਮਨਮਤ ਵਾਲਿਆਂ ਨਾਲ ਵੀ ਉਹਨੂੰ ਵਿਚਰਨਾ ਪੈ ਗਿਆ, ਉਹਨੇ ਆਪਣੀ ਗੁਰਮਤ ਨਹੀਂ ਛੱਡਣੀ, ਸਗੋਂ ਉਲਟਾ ਉਹਦੇ ਵੱਲ ਦੇਖ ਕੇ ਦੂਸਰਿਆਂ 'ਤੇ ਵੀ ਅਸਰ ਹੋ ਜਾਣਾ। ਜਹ ਉਹ ਜਾਏ ਤਾਂ ਹੀ ਸੁਖ ਪਾਵੇ, ਉਹ ਬੰਦਿਸ਼ 'ਚੋਂ ਬਾਹਰ ਹੋ ਜਾਂਦਾ। ਉਹ ਬਾਹਰ ਤੁਰਿਆ ਫਿਰਦਾ ਵੀ ਗੁਰਦੁਆਰੇ 'ਚ ਹੀ ਆ। ਕਿਉਂਕਿ ਚਰਨ ਕਮਲ ਜਾਂ ਕੇ ਹਿਰਦੇ ਵਸੈ, ਸੋ ਜਨ ਕਿਉਂ ਡੋਲੇ ਦੇਵ। ਚੱਲਦਾ ਫਿਰਦਾ ਹੀ ਗੁਰੂ ਜਿਹਦੇ ਨਾਲ ਆ ਹਰ ਵੇਲੇ, ਉਹ ਕਿਉਂ ਡੋਲੂਗਾ। ਉਹ ਫਿਰ ਇਸੇ ਲਈ ਜੈ ਉਹ ਜਾਏ ਤਾਂ ਹੀ ਸੁਖ ਪਾਵੇ, ਮਾਇਆ ਤਾਸ ਨਾ ਝੋਲੇ ਦੇਵ। ਮਾਇਆ ਉਹਦਾ ਫਿਰ ਕੁਛ ਨਹੀਂ ਵਿਗਾੜ ਸਕਦੀ। ਕਹਿ ਕਬੀਰ ਮੇਰਾ ਮਨ ਮੰਨਿਆ, ਰਾਮ ਪ੍ਰੀਤ ਕੀਓ ਲੈ ਦੇਵ। ਮਨ ਮੰਨਿਆ, ਮਨ ਸਾਧਿਆ, ਇਹ ਸਭ ਦਾਤਾਂ ਨੇ। ਫਿਰ ਜਦੋਂ ਚਰਨ ਕਮਲ ਹਿਰਦੇ 'ਚ ਵਸ ਗਏ, ਫਿਰ ਆਪਣੇ ਆਪ ਹੀ ਮਨ ਸਾਧਿਆ ਗਿਆ, ਮਨ ਮੰਨ ਗਿਆ। ਮੰਨਣਾ ਤੇ ਕੀ ਆ, ਬਸ ਉਹਦੀ ਕਿਰਪਾ ਹੀ ਆ। ਕੌਣ ਮਨਾ ਸਕਦਾ ਮਨ ਨੂੰ, ਕੋਈ ਵੀ ਨਹੀਂ। ਪਰ ਜਦੋਂ ਇਹ ਰੂਹ ਜਪਦੀ ਆ, ਜਦੋਂ ਉਹਦਾ ਧਿਆਨ ਧਰ ਲੈਂਦੀ ਆ, ਜਦੋਂ ਉਹਦੇ ਸੋਹਣੇ ਚਰਨਾਂ ਦੇ ਉੱਪਰ ਆਪਣਾ ਸੀਸ ਝੁਕਾ ਦਿੰਦੀ ਆ, ਫਿਰ ਉਹ ਸੱਚਮੁੱਚ ਬਹੁਤ ਉੱਚਾ ਹੋ ਜਾਂਦਾ, ਬਹੁਤ ਉੱਚਾ। ਅਤੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਬਹੁਤ ਦੂਰ ਰਹਿ ਜਾਂਦੀਆਂ, ਪਿੱਛੇ ਰਹਿ ਜਾਂਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।